ਜਦੋਂ ਮੇਰਾ ਪਤੀ ਰੋਜ਼ ਦਫ਼ਤਰ ਜਾਂਦਾ ਤਾਂ ਜਾਣ ਤੋਂ ਪਹਿਲਾਂ ਮੈਨੂੰ ਇੱਕ ਲਾਲ ਰੰਗ ਦੀ ਸਾੜੀ ਦੇ ਕੇ ਕਹਿੰਦਾ ਕਿ ਅੱਜ ਸ਼ਾਮ ਨੂੰ ਮੇਰੇ ਦਫ਼ਤਰੋਂ ਆਉਣ ਤੋਂ ਪਹਿਲਾਂ ਇਸ ਨੂੰ ਪਹਿਨ ਲੈਣਾ ਤੇ ਚੰਗੇ ਤਰੀਕੇ ਨਾਲ ਤਿਆਰ ਹੋ ਕੇ ਬੈਠਣਾ। ਅੱਜ ਸਾਡੇ ਇੱਥੇ ਬਹੁਤ ਖਾਸ ਮਹਿਮਾਨ ਆ ਰਹੇ ਹਨ। ਮੈਂ ਸਾੜੀ ਲੈ ਲਈ ਤੇ ਸ਼ਾਮ ਨੂੰ ਤਿਆਰ ਹੋਣ ਲੱਗਦੀ ਤਾਂ ਮੇਰਾ ਨੌਕਰ ਮੈਨੂੰ ਕਹਿੰਦਾ, ਭੈਣ ਰੱਬ ਦੇ ਵਾਸਤੇ ਇਹ ਸਾੜੀ ਨਾ ਪਾ, ਨਹੀਂ ਤਾਂ ਅੱਜ ਗਜ਼ਬ ਹੋ ਜਾਵੇਗਾ। ਤੂੰ ਨਹੀਂ ਜਾਣਦੀ ਕਿ ਤੇਰੇ ਨਾਲ ਸਾਰੀ ਰਾਤ ਕੀ ਖੇਡ ਖੇਡਿਆ ਜਾਂਦਾ ਹੈ। ਅੱਜ ਤੂੰ ਇਹ ਸਾੜੀ ਮੈਨੂੰ ਦੇ ਦੇ। ਅੱਜ ਇਹ ਸਾੜੀ ਪਾ ਕੇ ਤੇਰੀ ਜਗ੍ਹਾ ਤੇ ਮੈਂ ਬੈਠੂੰਗਾ ਤੇ ਤੂੰ ਲੁਕ ਕੇ ਸਭ ਕੁਝ ਦੇਖ ਲੈਣਾ। ਫਿਰ ਤੈਨੂੰ ਮੇਰੀ ਗੱਲ ਤੇ ਭਰੋਸਾ ਹੋ ਜਾਵੇਗਾ ਤੇ ਤੂੰ ਸਭ ਸਮਝ ਜਾਵੇਗੀ। ਪਰ ਮੈਨੂੰ ਆਪਣੇ ਨੌਕਰ ਦੀ ਸਾਰੀ ਗੱਲ ਝੂਠੀ ਲੱਗਦੀ ਸੀ, ਕਿਉਂਕਿ ਮੈਨੂੰ ਸਾੜੀ ਪਾਉਣ ਤੋਂ ਬਾਅਦ ਕੁਝ ਵੀ ਯਾਦ ਨਹੀਂ ਰਹਿੰਦਾ ਸੀ। ਪਰ ਅੱਜ ਉਸਨੇ ਮੇਰੇ ਨਾਲ ਬਹੁਤ ਜ਼ਿਆਦਾ ਜਿੱਦ ਕੀਤੀ ਤੇ ਮੇਰੇ ਅੱਗੇ ਹੱਥ ਜੋੜਨ ਲੱਗਿਆ ਤਾਂ ਮੈਂ ਉਸਨੂੰ ਆਪਣੀ ਸਾੜੀ ਦੇ ਦਿੱਤੀ। ਉਸਨੇ ਉਹ ਸਾੜੀ ਪਾ ਲਈ ਤੇ ਆਪਣੇ ਸਿਰ ਤੇ ਲੰਬੇ ਨਕਲੀ ਵਾਲ ਪਾ ਕੇ ਔਰਤਾਂ ਦੀ ਤਰ੍ਹਾਂ ਤਿਆਰ ਹੋ ਕੇ ਮੇਰੇ ਕਮਰੇ ਵਿੱਚ ਬੈਠ ਗਿਆ। ਰਾਤ ਨੂੰ ਜਦੋਂ ਮਹਿਮਾਨ ਆਏ ਤਾਂ ਮੇਰਾ ਪਤੀ ਇੱਕ ਇੱਕ ਕਰਕੇ ਉਹਨਾਂ ਨੂੰ ਮੇਰੇ ਕਮਰੇ ਵਿੱਚ ਲੈ ਕੇ ਆਉਂਦਾ। ਪਰ ਕੁਝ ਸਮੇਂ ਬਾਅਦ ਇਹ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਜਦੋਂ ਉਹਨਾਂ ਮਹਿਮਾਨਾਂ ਨੇ ਮੇਰੇ ਨੌਕਰ ਦੇ ਨਾਲ। ਸ਼ਾਮ ਦੇ 5 ਵੱਜ ਰਹੇ ਸੀ ਜਦੋਂ ਮੈਂ ਸੋ ਕੇ ਉੱਠੀ ਤਾਂ ਮੇਰੇ ਘਰ ਵਿੱਚ ਹਰ ਪਾਸੇ ਚਹਿਲ ਪਹਿਲ ਮਚੀ ਹੋਈ ਸੀ। ਮੇਰੀ ਮਾਂ ਮੇਰੇ ਛੋਟੇ ਭਾਈ ਨੂੰ ਕਹਿ ਰਹੀ ਸੀ ਕਿ ਜਲਦੀ ਨਾਲ ਬਾਜ਼ਾਰ ਜਾ ਤੇ ਚੰਗਾ ਜਿਹਾ ਨਾਸ਼ਤਾ ਲੈ ਕੇ ਆ ਤੇ ਦੇਖਣਾ ਕੋਈ ਚੀਜ਼ ਰਹਿ ਨਾ ਜਾਵੇ। ਜਦੋਂ ਮੈਂ ਆਪਣੀ ਮਾਂ ਤੋਂ ਪੁੱਛਿਆ ਤਾਂ ਮੈਨੂੰ ਪਤਾ ਚੱਲਿਆ ਕਿ ਸਾਡੇ ਘਰ ਤਾਂ ਰਿਸ਼ਤੇ ਲਈ ਕੁਝ ਮਹਿਮਾਨ ਆ ਰਹੇ ਹਨ। ਫਿਰ ਮਾਂ ਨੇ ਮੈਨੂੰ ਕਿਹਾ ਕਿ ਇੱਕ ਚੰਗਾ ਜਿਹਾ ਸੂਟ ਪਾ ਕੇ ਤਿਆਰ ਹੋ ਜਾ। ਮੈਂ ਆਪਣੀ ਮਾਂ ਨੂੰ ਵੇਖਣ ਲੱਗੀ, ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ। ਮੈਂ ਇੱਕ ਨਵਾਂ ਜੋੜਾ ਕੱਢ ਕੇ ਪਾ ਲਿਆ ਤੇ ਹਲਕਾ ਜਿਹਾ ਮੇਕਅਪ ਕਰ ਲਿਆ। ਥੋੜੀ ਦੇਰ ਬਾਅਦ ਰਿਸ਼ਤੇ ਵਾਲੇ ਮਹਿਮਾਨ ਸਾਡੇ ਘਰ ਆ ਗਏ। ਮਾਂ ਨੇ ਉਹਨਾਂ ਨੂੰ ਡਰਾਇੰਗ ਰੂਮ ਵਿੱਚ ਬਿਠਾਇਆ ਤੇ ਖੁਦ ਵੀ ਉਹਨਾਂ ਕੋਲ ਬੈਠ ਗਈ। ਘਬਰਾਹਟ ਦੀ ਵਜ੍ਹਾ ਨਾਲ ਮੇਰੇ ਤਾਂ ਹੱਥ ਪੈਰ ਫੁੱਲ ਰਹੇ ਸਨ। ਪਰ ਮੈਂ ਚਾਹ ਬਣਾਈ ਤੇ ਜਦੋਂ ਮਾਂ ਨੇ ਇਸ਼ਾਰਾ ਕੀਤਾ, ਮੈਂ ਚਾਹ ਲੈ ਕੇ ਮਹਿਮਾਨਾਂ ਦੇ ਸਾਹਮਣੇ ਆ ਕੇ ਬੈਠ ਗਈ। ਉਹਨਾਂ ਵਿੱਚੋਂ ਇੱਕ ਔਰਤ ਮੈਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ। ਮੈਨੂੰ ਉਸੇ ਸਮੇਂ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਇਹਨਾਂ ਨੂੰ ਪਸੰਦ ਆ ਚੁੱਕੀ ਹਾਂ। ਉਹਨਾਂ ਦੇ ਦੇਖਣ ਦਾ ਤਰੀਕਾ ਦੱਸ ਰਿਹਾ ਸੀ ਤੇ ਬਾਕੀ ਲੋਕਾਂ ਨੂੰ ਵੀ ਮੈਂ ਤੇ ਮੇਰੇ ਪਰਿਵਾਰ ਵਾਲੇ ਪਸੰਦ ਆ ਗਏ। ਅਗਲੇ ਦਿਨ ਉਹਨਾਂ ਨੇ ਸਾਡੇ ਘਰੇ ਫੋਨ ਕਰਕੇ ਦੱਸ ਦਿੱਤਾ ਕਿ ਸਾਡੇ ਵੱਲੋਂ ਹਾਂ ਹੈ। ਮਾਂ ਨੇ ਰੱਬ ਦਾ ਸ਼ੁਕਰਾਨਾ ਕੀਤਾ ਤੇ ਰੱਬ ਦਾ ਨਾਂ ਲੈ ਕੇ ਮੇਰੀ ਮੰਗਣੀ ਪ੍ਰਕਾਸ਼ ਦੇ ਨਾਲ ਕਰ ਦਿੱਤੀ। ਇਹਨਾਂ 2 ਮਹੀਨਿਆਂ ਵਿੱਚ ਮੈਂ ਪ੍ਰਕਾਸ਼ ਨਾਲ ਥੋੜੀ ਬਹੁਤ ਫੋਨ ਤੇ ਗੱਲ ਕਰਦੀ ਸੀ। ਉਹ ਮੇਰੇ ਤੋਂ ਮੇਰੀ ਫੋਟੋ ਮੰਗਦੇ, ਪਰ ਮੈਂ ਉਹਨਾਂ ਨੂੰ ਮਨਾ ਕਰ ਦਿੰਦੀ ਸੀ। ਖੈਰ, ਸਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਉਹ ਦਿਨ ਆ ਗਿਆ ਜਦੋਂ ਮੈਂ ਪ੍ਰਕਾਸ਼ ਦੀ ਦੁਲਹਨ ਬਣ ਕੇ ਉਸ ਦੇ ਘਰ ਆ ਗਈ। ਵਿਆਹ ਦੀ ਰਾਤ ਬਾਰੇ ਮੈਂ ਜੋ ਸੁਪਨੇ ਦੇਖੇ ਸੀ ਉਹ ਸਾਰੇ ਸੱਚ ਹੋ ਗਏ ਸੀ। ਮੇਰਾ ਪੱਲੂ ਉਠਾਉਂਦੇ ਹੀ ਪ੍ਰਕਾਸ਼ ਨੇ ਮੇਰੀ ਬਹੁਤ ਜ਼ਿਆਦਾ ਤਾਰੀਫ ਕੀਤੀ ਤੇ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗੇ, ਕੀ ਤੂੰ ਜਾਣਦੀ ਹੈ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ। ਜਦੋਂ ਮੈਂ ਪਹਿਲੀ ਵਾਰ ਤੈਨੂੰ ਦੇਖਿਆ ਸੀ ਉਸੇ ਸਮੇਂ ਮੈਂ ਸੋਚ ਲਿਆ ਸੀ ਕਿ ਮੇਰੀ ਦੁਲਹਨ ਬਣਨ ਦੇ ਲਾਇਕ ਸਿਰਫ ਤੂੰ ਹੀ ਹੈ। ਤੂੰ ਮੈਨੂੰ ਸਾਰੀਆਂ ਕੁੜੀਆਂ ਤੋਂ ਅਲੱਗ ਲੱਗੀ ਸੀ। ਮੈਂ ਤੇਰਾ ਜ਼ਿੰਦਗੀ ਭਰ ਬਹੁਤ ਧਿਆਨ ਰੱਖਾਂਗਾ। ਮੈਂ ਚਾਹੁੰਦਾ ਹਾਂ ਕਿ ਤੂੰ ਹਮੇਸ਼ਾ ਇੰਨੀ ਹੀ ਸੁੰਦਰ ਦਿਖੇ। ਘਰ ਦੇ ਕੰਮਾਂ ਲਈ ਇੱਥੇ ਬਹੁਤ ਸਾਰੇ ਨੌਕਰ ਹਨ। ਤੈਨੂੰ ਇੱਥੇ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਤੂੰ ਬਸ ਮੈਨੂੰ ਰੱਖਣਾ ਤੇ ਮੇਰੇ ਲਈ ਹਮੇਸ਼ਾ ਸੱਜ ਧੱਜ ਕੇ ਰਹਿਣਾ। ਮੇਰੇ ਲਈ ਇੰਨਾ ਹੀ ਬਹੁਤ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ। ਹੁਣ ਤਾਂ ਮੈਂ ਵੀ ਉਹਨਾਂ ਦੀ دیਵਾਨੀ ਹੋ ਗਈ ਸੀ। ਉਹਨਾਂ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਜੋ ਉਹਨਾਂ ਨੇ ਵਿਆਹ ਦੀ ਰਾਤ ਨੂੰ ਮੇਰੇ ਨਾਲ ਕੀਤੇ ਸੀ। ਉਹ ਜਦੋਂ ਰੋਜ਼ ਦਫ਼ਤਰ ਤੋਂ ਘਰ ਆਉਂਦੇ ਤਾਂ ਮੇਰੇ ਲਈ ਗਿਫਟ ਜ਼ਰੂਰ ਲੈ ਕੇ ਆਉਂਦੇ ਸੀ। ਪ੍ਰਕਾਸ਼ ਦੇ ਪਿਆਰ ਨੇ ਮੈਨੂੰ ਸਭ ਕੁਝ ਭੁਲਾ ਦਿੱਤਾ ਸੀ। ਹੁਣ ਮੈਂ ਪਹਿਲਾਂ ਤੋਂ ਵੀ ਜ਼ਿਆਦਾ ਸੁੰਦਰ ਹੋ ਗਈ ਸੀ। ਪ੍ਰਕਾਸ਼ ਦੇ ਪਿਆਰ ਨਾਲ ਮੇਰਾ ਰੂਪ ਦਿਨੋਂ ਦਿਨ ਨਿਖਰਨ ਲੱਗਿਆ ਸੀ। ਜਦੋਂ ਮੈਂ ਆਪਣੇ ਮਾਂ-ਬਾਪ ਦੇ ਘਰ ਜਾਂਦੀ ਤਾਂ ਮੇਰੀ ਦੋਸਤ ਤੇ ਮੇਰੇ ਮੁਹੱਲੇ ਵਾਲੇ ਮੈਨੂੰ ਬਹੁਤ ਧਿਆਨ ਨਾਲ ਦੇਖਦੇ ਤੇ ਮੈਨੂੰ ਕਹਿੰਦੇ, ਤੇਰੀ ਤਾਂ ਲਾਟਰੀ ਨਿਕਲ ਗਈ ਹੈ। ਤੈਨੂੰ ਤਾਂ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ। ਪਿਆਰ ਵਿੱਚ ਡੁੱਬੇ ਦਿਨ ਰਾਤ ਇੱਦਾਂ ਹੀ ਗੁਜ਼ਰਨ ਲੱਗੇ। ਇੱਥੋਂ ਤੱਕ ਕਿ ਮੇਰੇ ਵਿਆਹ ਨੂੰ 4 ਮਹੀਨੇ ਹੋ ਗਏ ਸੀ। ਇੱਕ ਦਿਨ ਪ੍ਰਕਾਸ਼ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਕੰਮ ਲਈ ਦੂਜੇ ਸ਼ਹਿਰ ਜਾਣਾ ਹੈ
ਤੇ ਉਹ ਮੈਨੂੰ ਸਵੇਰੇ ਆਪਣੇ ਮਾਂ-ਬਾਪ ਦੇ ਘਰ ਛੱਡ ਕੇ ਚਲਾ ਜਾਵੇਗਾ। 20 ਦਿਨਾਂ ਬਾਅਦ ਵਾਪਸ ਆ ਕੇ ਮੈਨੂੰ ਲੈਣ ਆ ਜਾਵੇਗਾ। ਉਹਨਾਂ ਦੇ ਦਫ਼ਤਰ ਦੀ ਕੋਈ ਮੀਟਿੰਗ ਸੀ, ਇਸ ਲਈ ਉਹਨਾਂ ਦਾ ਜਾਣਾ ਬਹੁਤ ਜ਼ਰੂਰੀ ਸੀ। ਮੈਂ ਵੀ ਕਿਹਾ ਠੀਕ ਹੈ। ਪ੍ਰਕਾਸ਼ ਨੇ ਮੈਨੂੰ ਸ਼ਾਮ ਨੂੰ ਮੇਰੇ ਮਾਂ-ਬਾਪ ਦੇ ਘਰ ਛੱਡ ਦਿੱਤਾ ਤੇ ਖੁਦ ਏਅਰਪੋਰਟ ਵੱਲ ਚੱਲ ਪਏ। ਉਸ ਦੇ ਬਾਅਦ ਤਾਂ ਮੇਰੀ ਜ਼ਿੰਦਗੀ ਵਿੱਚ ਤੂਫਾਨ ਜਿਹਾ ਆ ਗਿਆ। 20 ਦਿਨਾਂ ਬਾਅਦ ਪ੍ਰਕਾਸ਼ ਮੈਨੂੰ ਮੇਰੇ ਘਰ ਤੋਂ ਲੈਣ ਆਏ, ਪਰ ਉਹ ਮੈਨੂੰ ਬਹੁਤ ਬਦਲੇ ਲੱਗ ਰਹੇ ਸੀ। ਹੁਣ ਉਹ ਮੇਰੇ ਨਾਲ ਬਹੁਤ ਘੱਟ ਗੱਲ ਕਰਨ ਲੱਗ ਗਏ ਸੀ। ਉਹਨਾਂ ਦੀਆਂ ਅੱਖਾਂ ਵਿੱਚ ਪਹਿਲਾਂ ਵਾਲਾ ਪਿਆਰ ਨਹੀਂ ਦਿਖਾਈ ਦਿੰਦਾ ਸੀ। ਹੁਣ ਮੈਨੂੰ ਉਹਨਾਂ ਨਾਲ ਅਜੀਬ ਜਿਹਾ ਮਹਿਸੂਸ ਹੁੰਦਾ ਸੀ। ਹੁਣ ਉਹਨਾਂ ਦਾ ਜ਼ਿਆਦਾ ਸਮਾਂ ਦਫ਼ਤਰ ਵਿੱਚ ਹੀ ਗੁਜ਼ਰਦਾ। ਜਦੋਂ ਮੈਂ ਉਹਨਾਂ ਨੂੰ ਇਸ ਗੱਲ ਦੀ ਸ਼ਿਕਾਇਤ ਕਰਦੀ ਤਾਂ ਉਹ ਮੈਨੂੰ ਆਪਣੇ ਬਿਜ਼ਨਸ ਦਾ ਬਹਾਨਾ ਲਗਾ ਦਿੰਦੇ ਸੀ ਤੇ ਕਹਿਣ ਲੱਗਦੇ ਸੀ ਕਿ ਮੈਨੂੰ ਦਫ਼ਤਰ ਵਿੱਚ ਬਹੁਤ ਜ਼ਿਆਦਾ ਕੰਮ ਹੁੰਦਾ ਹੈ। ਕਦੇ ਕਹਿੰਦੇ ਘਰ ਵਿੱਚ ਜ਼ਰੂਰਤ ਦੀ ਹਰ ਚੀਜ਼ ਹੈ, ਫਿਰ ਤੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਮੈਂ ਆਪਣੇ ਕੰਮ ਵਿੱਚ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਹਾਂ, ਤੈਨੂੰ ਥੋੜਾ ਬਰਦਾਸ਼ਤ ਕਰਨਾ ਪਵੇਗਾ। ਮੈਂ ਉਹਨਾਂ ਨੂੰ ਕਹਿੰਦੀ ਕਿ ਮੈਨੂੰ ਚੀਜ਼ਾਂ ਦੀ ਜ਼ਰੂਰਤ ਨਹੀਂ, ਤੁਹਾਡੀ ਜ਼ਰੂਰਤ ਹੈ। ਪਰ ਸ਼ਾਇਦ ਹੁਣ ਪ੍ਰਕਾਸ਼ ਕੋਲ ਮੇਰੇ ਲਈ ਸਮਾਂ ਨਹੀਂ ਸੀ। ਮੈਂ ਘਰ ਵਿੱਚ ਸਾਰਾ ਦਿਨ ਇਕੱਲੀ ਰਹਿੰਦੀ ਸੀ, ਇਸ ਲਈ ਮੈਂ ਖਾਣਾ ਪਕਾਉਣ ਵਾਲੀ ਤੇ ਸਫਾਈ ਕਰਨ ਵਾਲੀ ਨੌਕਰਾਣੀ ਨੂੰ ਛੁੱਟੀ ਦੇ ਦਿੱਤੀ। ਮੈਂ ਸੋਚਿਆ ਕਿ ਘਰ ਦਾ ਸਾਰਾ ਕੰਮ ਹੁਣ ਖੁਦ ਹੀ ਕਰਾਂਗੀ। ਹੋ ਸਕਦਾ ਹੈ ਇਸ ਨਾਲ ਮੇਰਾ ਸਮਾਂ ਵੀ ਲੰਘ ਜਾਵੇ ਤੇ ਮੈਨੂੰ ਪ੍ਰਕਾਸ਼ ਦੇ ਇੰਤਜ਼ਾਰ ਦੀ ਤਕਲੀਫ ਵੀ ਨਾ ਸਹਿਣੀ ਪਵੇ। ਪਰ ਇਹ ਸਭ ਮੇਰਾ ਖਿਆਲ ਹੀ ਸੀ, ਕਿਉਂਕਿ ਮੈਨੂੰ ਘਰ ਦਾ ਕੰਮ ਛੱਡੇ ਹੋਏ ਬਹੁਤ ਸਮਾਂ ਹੋ ਗਿਆ ਸੀ ਤੇ ਹੁਣ ਜਦੋਂ ਮੈਂ ਘਰ ਦਾ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੇਰੀ ਹਿੰਮਤ ਜਵਾਬ ਦੇ ਗਈ। ਮੇਰੇ ਤੋਂ ਇਹ ਕੰਮ ਸੰਭਾਲਿਆ ਨਹੀਂ ਜਾ ਰਿਹਾ ਸੀ। ਮੈਂ ਪਰੇਸ਼ਾਨ ਹੋ ਕੇ ਪ੍ਰਕਾਸ਼ ਨੂੰ ਕਿਹਾ ਕਿ ਤੁਸੀਂ ਘਰ ਦੇ ਕੰਮ ਲਈ ਦੁਬਾਰਾ ਕੋਈ ਨੌਕਰਾਣੀ ਰੱਖ ਲਓ, ਕਿਉਂਕਿ ਮੇਰੇ ਤੋਂ ਇੰਨਾ ਸਾਰਾ ਕੰਮ ਨਹੀਂ ਹੁੰਦਾ। ਪਰ ਪ੍ਰਕਾਸ਼ ਕਹਿਣ ਲੱਗਿਆ ਕਿ ਹੁਣ ਸਾਨੂੰ ਨੌਕਰ ਦੀ ਕੋਈ ਜ਼ਰੂਰਤ ਨਹੀਂ ਹੈ। ਵੈਸੇ ਵੀ ਘਰ ਵਿੱਚ ਹੁੰਦਾ ਹੀ ਕੌਣ ਹੈ? ਇੱਕ ਮੈਂ ਤੇ ਇੱਕ ਤੂੰ, ਤੇ 2 ਲੋਕਾਂ ਦਾ ਖਾਣਾ ਬਣਾਉਣਾ ਕੋਈ ਵੱਡੀ ਗੱਲ ਨਹੀਂ ਹੈ। ਪ੍ਰਕਾਸ਼ ਦਾ ਇਹ ਜਵਾਬ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਉਹ ਤਾਂ ਮੈਨੂੰ ਹਮੇਸ਼ਾ ਸੱਜਣ ਸਵਰਨ ਦੀਆਂ ਗੱਲਾਂ ਕਹਿੰਦੇ ਸੀ ਤੇ ਮੈਨੂੰ ਕਹਿੰਦੇ ਸੀ ਤੈਨੂੰ ਕਿਸੇ ਵੀ ਕੰਮ ਨੂੰ ਹੱਥ ਲਗਾਉਣ ਦੀ ਜ਼ਰੂਰਤ ਨਹੀਂ ਹੈ। ਤੇ ਅੱਜ ਉਹ ਇਨਸਾਨ ਮੇਰੇ ਨਾਲ ਨੌਕਰਾਂ ਦੇ ਪੈਸੇ ਤੇ ਬਹਿਸ ਕਰ ਰਿਹਾ ਸੀ। ਇਹ ਸਭ ਸੁਣ ਕੇ ਮੇਰਾ ਤਾਂ ਦਿਲ ਟੁੱਟ ਗਿਆ ਸੀ, ਪਰ ਮੈਂ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਅਗਲੇ ਦਿਨ ਪ੍ਰਕਾਸ਼ ਦਫ਼ਤਰ ਤੋਂ ਵਾਪਸ ਆਏ ਤਾਂ ਮੈਨੂੰ ਬਹੁਤ ਖੁਸ਼ ਲੱਗ ਰਹੇ ਸੀ। ਹੁਣ ਜਦੋਂ ਮੈਂ ਉਹਨਾਂ ਨੂੰ ਵਜ੍ਹਾ ਪੁੱਛੀ ਤਾਂ ਕਹਿਣ ਲੱਗੇ ਮੇਰੇ ਕੋਲ ਇੱਕ ਚੰਗੀ ਖਬਰ ਹੈ, ਪਰ ਮੈਂ ਉਹ ਖਬਰ ਤੈਨੂੰ ਕੱਲ ਦੱਸਾਂਗਾ। ਫਿਲਹਾਲ ਤੂੰ ਮੇਰੇ ਲਈ ਖਾਣਾ ਲਗਾ ਦੇ, ਮੈਨੂੰ ਬਹੁਤ ਭੁੱਖ ਲੱਗ ਰਹੀ ਹੈ। ਮੈਂ ਸੋਚਣ ਲੱਗੀ ਕਿ ਆਖਰ ਇਦਾਂ ਦੀ ਕੀ ਗੱਲ ਹੈ ਜੋ ਅੱਜ ਇੰਨਾ ਖੁਸ਼ ਹਨ, ਪਰ ਮੈਂ ਉਹਨਾਂ ਦੀ ਆਦਤ ਨੂੰ ਚੰਗੇ ਤਰੀਕੇ ਨਾਲ ਜਾਣਦੀ ਸੀ। ਜਦੋਂ ਉਹ ਕੋਈ ਗੱਲ ਦੱਸਣ ਤੋਂ ਮਨਾ ਕਰ ਦਿੰਦੇ ਸੀ ਤਾਂ ਫਿਰ ਉਹ ਦੱਸਦੇ ਹੀ ਨਹੀਂ ਸੀ। ਮੈਂ ਵੀ ਚੁੱਪ ਹੋ ਗਈ ਤੇ ਖਾਮੋਸ਼ੀ ਨਾਲ ਅਗਲੇ ਦਿਨ ਦਾ ਇੰਤਜ਼ਾਰ ਕਰਨ ਲੱਗੀ। ਸ਼ਾਮ ਦੇ ਸਮੇਂ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਕਿ ਦਰਵਾਜ਼ੇ ਤੇ ਕਿਸੇ ਨੇ ਬੈਲ ਵਜਾਈ। ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗੱਡੀ ਖੜੀ ਸੀ। ਪਹਿਲਾਂ ਤਾਂ ਮੈਂ ਪਹਿਚਾਣ ਹੀ ਨਹੀਂ ਸਕੀ, ਕਿਉਂਕਿ ਪ੍ਰਕਾਸ਼ ਆਪਣੀ ਗੱਡੀ ਘਰ ਦੇ ਅੰਦਰ ਖੜੀ ਕਰਦੇ ਸਨ, ਪਰ ਅੱਜ ਉਹ ਆਪਣੀ ਗੱਡੀ ਵਿੱਚ ਹੀ ਬੈਠੇ ਹੋਏ ਸੀ। ਉਹਨਾਂ ਦੇ ਹੱਥ ਵਿੱਚ ਬਹੁਤ ਸਾਰੇ ਸ਼ਾਪਿੰਗ ਬੈਗ ਸੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਅੰਦਰ ਆਉਣ ਦੀ ਬਜਾਏ ਉਹ ਸ਼ਾਪਿੰਗ ਬੈਗ ਮੈਨੂੰ ਦੇ ਕੇ ਬੋਲੇ ਕਿ ਤੂੰ ਜਲਦੀ ਨਾਲ ਇਹ ਨਵੇਂ ਕੱਪੜੇ ਪਾ ਕੇ ਤਿਆਰ ਹੋ ਜਾ। ਉਸ ਦੇ ਨਾਲ ਦੀ ਜੋ ਮੈਚਿੰਗ ਜਿਊਲਰੀ ਹੈ ਉਹ ਪਹਿਨਣਾ ਨਾ ਭੁੱਲੀ। ਮੈਂ ਤੈਨੂੰ ਇੱਕ ਪਾਰਟੀ ਵਿੱਚ ਲੈ ਕੇ ਜਾ ਰਿਹਾ ਹਾਂ। ਜਦੋਂ ਤੂੰ ਤਿਆਰ ਹੋ ਜਾਵੇ ਮੈਨੂੰ ਫੋਨ ਜਾਂ ਮੈਸੇਜ ਕਰ ਦੇਣਾ, ਮੈਂ ਤੈਨੂੰ ਲੈਣ ਲਈ ਆ ਜਾਵਾਂਗਾ। ਮੈਂ ਉਹਨਾਂ ਤੋਂ ਉਹ ਬੈਗ ਲਈ ਤੇ ਆਪਣੇ ਕਮਰੇ ਵਿੱਚ ਆ ਕੇ ਤਿਆਰ ਹੋਣ ਲੱਗੀ। ਮੈਂ ਖੁਸ਼ੀ ਪ੍ਰਕਾਸ਼ ਦੇ ਨਾਲ ਜਾਣ ਲਈ ਤਿਆਰ ਹੋ ਰਹੀ ਸੀ। ਮੈਂ ਬਹੁਤ ਮਿਹਨਤ ਤੇ ਲਗਨ ਨਾਲ ਤਿਆਰ ਹੋ ਰਹੀ ਸੀ। ਮੈਂ ਲਾਲ ਰੰਗ ਦੀ ਸਾੜੀ ਤੇ 골ਡਨ ਜਿਊਲਰੀ ਵਿੱਚ ਇੰਨੀ ਸੁੰਦਰ ਲੱਗ ਰਹੀ ਸੀ, ਮੈਨੂੰ ਖੁਦ ਨੂੰ ਦੇਖ ਕੇ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਮੈਂ ਹੀ ਹਾਂ। ਮੈਂ ਆਪਣੇ ਆਪ ਨੂੰ ਬਾਰ-ਬਾਰ ਸ਼ੀਸ਼ੇ ਵਿੱਚ ਦੇਖ ਰਹੀ ਸੀ। ਅਜੇ ਮੈਂ ਪੂਰੇ ਤਰੀਕੇ ਨਾਲ ਤਿਆਰ ਨਹੀਂ ਹੋਈ ਸੀ। ਫਿਰ ਦਰਵਾਜ਼ੇ ਤੇ ਘੰਟੀ ਵੱਜੀ। ਮੈਂ ਸਮਝ ਗਈ ਕਿ ਦਰਵਾਜ਼ੇ ਤੇ ਪ੍ਰਕਾਸ਼ ਹੀ ਹੋਵੇਗਾ ਤੇ ਉਹ ਮੇਰਾ ਇੰਤਜ਼ਾਰ ਨਹੀਂ ਕਰ ਸਕੇ, ਇਸ ਲਈ ਮੈਨੂੰ ਪਹਿਲਾਂ ਹੀ ਲੈਣ ਆ ਗਏ। ਮੈਂ ਜਲਦੀ ਨਾਲ ਆਪਣੇ ਵਾਲ ਖੋਲ੍ਹੇ ਤੇ ਘਰ ਨੂੰ ਜਿੰਦਾ ਲਾ ਕੇ ਪ੍ਰਕਾਸ਼ ਦੇ ਨਾਲ ਗੱਡੀ ਵਿੱਚ ਬੈਠ ਗਈ। ਪ੍ਰਕਾਸ਼ ਖੁਦ ਵੀ ਬਹੁਤ ਚੰਗੇ ਤਰੀਕੇ ਨਾਲ ਤਿਆਰ ਹੋਏ ਸੀ। ਉਹਨਾਂ ਨੇ ਗੱਡੀ ਵਿੱਚ ਗਾਣੇ ਲਗਾ ਦਿੱਤੇ
ਪ੍ਰਕਾਸ਼ ਅੱਜ ਬਹੁਤ ਵੱਡੀਆ ਮੂਡ ਵਿੱਚ ਸੀ ਤੇ ਮੇਰੇ ਨਾਲ ਹਾਸਾ ਮਜ਼ਾਕ ਵੀ ਕਰ ਰਹੇ ਸੀ। ਉਹ ਮੈਨੂੰ ਸਮਝਾਉਣ ਲੱਗੇ ਕਿ ਜਿੱਥੇ ਅਸੀਂ ਜਾ ਰਹੇ ਹਾਂ ਉੱਥੇ ਬਹੁਤ ਵੱਡੇ ਵੱਡੇ ਲੋਕ ਹੋਣਗੇ ਤੇ ਮੈਨੂੰ ਉੱਥੇ ਸਾਰਿਆਂ ਨਾਲ ਹਾਸੀ ਖੁਸ਼ੀ ਮਿਲਣਾ ਹੈ। ਫਿਰ ਕਹਿਣ ਲੱਗੇ ਕਿ ਜੇ ਇਨਸਾਨ ਆਪਣੀ ਗੱਲਾਂ ਨਾਲ ਦੂਜੇ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਸਦੇ ਬਹੁਤ ਸਾਰੇ ਫਾਇਦੇ ਉਠਾ ਸਕਦਾ ਹੈ। ਉਹਨਾਂ ਦੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆ ਰਹੀਆਂ ਸੀ। ਥੋੜੀ ਦੇਰ ਬਾਅਦ ਅਸੀਂ ਗੱਡੀ ਇੱਕ ਵੱਡੇ ਹੋਟਲ ਦੇ ਸਾਹਮਣੇ ਪਾਰਕ ਕੀਤੀ ਤੇ ਉਹਨਾਂ ਨੇ ਮੇਰੀ ਗੱਡੀ ਦਾ ਦਰਵਾਜ਼ਾ ਇਸ ਤਰ੍ਹਾਂ ਖੋਲ੍ਹਿਆ ਜਿਵੇਂ ਮੈਂ ਕੋਈ ਰਾਜਕੁਮਾਰੀ ਹਾਂ। ਮੇਰਾ ਹੱਥ ਫੜ ਕੇ ਉਹ ਹੋਟਲ ਦੇ ਅੰਦਰ ਚਲੇ ਗਏ। ਉਹਨਾਂ ਦਾ ਅੰਦਾਜ਼ ਅੱਜ ਮੈਨੂੰ ਬਹੁਤ ਬਦਲਿਆ ਜਿਹਾ ਲੱਗ ਰਿਹਾ ਸੀ ਕਿਉਂਕਿ ਮੈਂ ਉਹਨਾਂ ਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਇੱਦਾਂ ਦੇਖਿਆ ਸੀ ਜੋ ਅੱਜ ਉਹ ਸਾਰੀ ਦੁਨੀਆ ਦੇ ਸਾਹਮਣੇ ਦਿਖਾ ਰਹੇ ਸੀ। ਖੈਰ, ਜਦੋਂ ਅਸੀਂ ਹੋਟਲ ਦੇ ਅੰਦਰ ਗਏ ਤਾਂ ਇੱਕ ਵੱਡੇ ਹਾਲ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਸਾਰੇ ਪਾਸੇ ਲਾਈਟ ਜਗ ਰਹੀ ਸੀ। ਹੋਟਲ ਵਿੱਚ ਬਹੁਤ ਸਾਰੇ ਅਫਸਰ ਤੇ ਉਹਨਾਂ ਦੀਆਂ ਪਤਨੀਆਂ ਆਈਆਂ ਹੋਈਆਂ ਸਨ। ਇਹ ਬਹੁਤ ਵੱਡੀ ਪਾਰਟੀ ਸੀ। ਇੱਥੇ ਆ ਕੇ ਮੈਨੂੰ ਥੋੜਾ ਅਜੀਬ ਮਹਿਸੂਸ ਹੋ ਰਿਹਾ ਸੀ, ਪਰ ਥੋੜੀ ਦੇਰ ਬਾਅਦ ਹੀ ਮੈਨੂੰ ਪਤਾ ਚੱਲ ਗਿਆ ਸੀ ਮੇਰੀ ਸੁੰਦਰਤਾ ਨੇ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਿਆ ਹੈ। ਵੈਸੇ ਤਾਂ ਮੈਂ ਪਹਿਲਾਂ ਵੀ ਬਹੁਤ ਸੁੰਦਰ ਸੀ ਤੇ ਅੱਜ ਮੈਂ ਇੱਦਾਂ ਤਿਆਰ ਹੋਈ ਸੀ ਜਿਵੇਂ ਕੋਈ ਨਵੀਂ ਦੁਲਹਨ ਨੂੰ ਤਿਆਰ ਕੀਤਾ ਜਾਂਦਾ ਹੈ। ਪ੍ਰਕਾਸ਼ ਨੇ ਵੀ ਬਹੁਤ ਜ਼ਿਆਦਾ ਮਾਣ ਨਾਲ ਮੈਨੂੰ ਆਪਣੇ ਦੋਸਤਾਂ ਨਾਲ ਮਿਲਵਾਇਆ। ਉਸ ਦੇ ਬਾਅਦ ਅਸੀਂ ਸਾਰੇ ਲੋਕਾਂ ਨੇ ਖਾਣਾ ਖਾਇਆ ਤੇ ਉੱਥੇ ਹੌਲੀ-ਹੌਲੀ ਮਿਊਜ਼ਿਕ ਵੀ ਵੱਜ ਰਿਹਾ ਸੀ। ਇਹ ਮਾਹੌਲ ਮੇਰੇ ਲਈ ਬਹੁਤ ਹੀ ਅਜਨਬੀ ਜਿਹਾ ਸੀ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਇੰਨੇ ਸਾਰੇ ਲੋਕਾਂ ਦੇ ਸਾਹਮਣੇ ਬੈਠ ਕੇ ਖਾਣਾ ਖਾਇਆ ਸੀ ਜਿਸ ਨਾਲ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ, ਪਰ ਮੈਂ ਪ੍ਰਕਾਸ਼ ਦਾ ਸਾਥ ਦੇ ਰਹੀ ਸੀ ਕਿਉਂਕਿ ਅੱਜ ਉਹ ਬਹੁਤ ਜ਼ਿਆਦਾ ਖੁਸ਼ ਸੀ। ਮੈਨੂੰ ਕੁਝ ਦੇਰ ਬਾਅਦ ਲੱਗ ਰਿਹਾ ਸੀ ਕਿ ਮੇਰੇ ਸਾਹਮਣੇ ਵਾਲੀ ਟੇਬਲ ਤੇ ਜੋ ਆਦਮੀ ਬੈਠਾ ਹੈ ਉਹ ਬਰਾਬਰ ਮੈਨੂੰ ਦੇਖ ਰਿਹਾ ਸੀ। ਉਸ ਦਾ ਦੇਖਣਾ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ ਤੇ ਮੈਨੂੰ ਉਸ ਨੂੰ ਵੇਖਣ ਵਿੱਚ ਉਲਝਣ ਹੋ ਰਹੀ ਸੀ। ਥੋੜੀ ਦੇਰ ਬਾਅਦ ਉਹ ਆਪਣੀ ਟੇਬਲ ਤੋਂ ਉੱਠ ਕੇ ਸਾਡੇ ਨਾਲ ਹੀ ਸਾਡੀ ਟੇਬਲ ਤੇ ਆ ਕੇ ਬੈਠ ਗਿਆ। ਗੱਲਾਂ ਕਰਦੇ ਕਰਦੇ ਪਤਾ ਚੱਲਿਆ ਕਿ ਉਹ ਮੇਰੇ ਪਤੀ ਪ੍ਰਕਾਸ਼ ਦਾ ਸੀਨੀਅਰ ਅਫਸਰ ਸੀ, ਪਰ ਉਸ ਨੂੰ ਦੇਖਣ ਤੋਂ ਕਿਤੇ ਵੀ ਨਹੀਂ ਲੱਗ ਰਿਹਾ ਸੀ ਕਿ ਉਹ ਸੀਨੀਅਰ ਹੈ। ਪ੍ਰਕਾਸ਼ ਨੇ ਮੈਨੂੰ ਉਸ ਨਾਲ ਮਿਲਵਾਇਆ। ਉਸਨੇ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ ਤਾਂ ਨਾ ਚਾਹੁੰਦੇ ਹੋਏ ਵੀ ਮੈਨੂੰ ਸਭ ਦੇ ਸਾਹਮਣੇ ਉਸ ਨਾਲ ਹੱਥ ਮਿਲਾਉਣਾ ਪਿਆ। ਹੱਥ ਮਿਲਾਉਂਦੇ ਹੀ ਉਸਨੇ ਮੇਰਾ ਹੱਥ ਆਪਣੇ ਹੱਥ ਨਾਲ ਹਲਕੇ ਜਿਹੇ ਦਬਾ ਦਿੱਤਾ। ਉਸਦੀ ਇਹ ਹਰਕਤ ਮੈਨੂੰ ਬਹੁਤ ਬੁਰੀ ਲੱਗੀ। ਪ੍ਰਕਾਸ਼ ਨੇ ਵੀ ਇਹ ਗੱਲ ਨੋਟਿਸ ਕੀਤੀ ਸੀ, ਪਰ ਉਹਨਾਂ ਨੇ ਕੁਝ ਵੀ ਨਹੀਂ ਕਿਹਾ। ਉਹ ਚੁੱਪ ਰਹੇ। ਮੈਨੂੰ ਮੇਰੇ ਪਤੀ ਦੀ ਇਸ ਹਰਕਤ ਤੇ ਬਹੁਤ ਹੈਰਾਨੀ ਹੋ ਰਹੀ ਸੀ ਕਿ ਉਹ ਇਹ ਸਭ ਕੁਝ ਕਿਵੇਂ ਬਰਦਾਸ਼ਤ ਕਰ ਰਹੇ ਹਨ। ਪ੍ਰਕਾਸ਼ ਨੇ ਮੈਨੂੰ ਦੱਸਿਆ ਕਿ ਇਹ ਮਿਸਟਰ ਖੰਨਾ ਹੈ। ਜੇ ਇਹ ਚਾਹੁਣ ਤਾਂ ਮੈਨੂੰ ਬਹੁਤ ਜਲਦੀ ਪ੍ਰਮੋਸ਼ਨ ਮਿਲ ਸਕਦੀ ਹੈ। ਮਿਸਟਰ ਖੰਨਾ ਦੀ ਗੱਲ ਜਾਰੀ ਰਹੀ। ਉਹ ਬਹੁਤ ਜ਼ਿਆਦਾ ਦਿਲਚਸਪ ਗੱਲਾਂ ਕਰ ਰਹੇ ਸੀ ਤੇ ਨਾਲ ਹੀ ਮੈਨੂੰ ਦੇਖੇ ਜਾ ਰਹੇ ਸਨ। ਜਦੋਂ ਪਾਰਟੀ ਖਤਮ ਹੋਈ ਤਾਂ ਮਿਸਟਰ ਖੰਨਾ ਮੇਰੇ ਪਤੀ ਨਾਲ ਹੱਸ-ਹੱਸ ਕੇ ਗੱਲਾਂ ਕਰਨ ਲੱਗੇ ਤੇ ਉਹ ਉਹਨਾਂ ਦੇ ਨਾਲ ਹੀ ਚੱਲਦੇ ਹੋਏ ਹੋਟਲ ਤੋਂ ਬਾਹਰ ਆ ਗਏ। ਮੈਨੂੰ ਉਹਨਾਂ ਦੇ ਸਾਡੇ ਨਾਲ ਚੱਲਣਾ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ। ਖੈਰ, ਅਸੀਂ ਪਾਰਟੀ ਖਤਮ ਹੋਣ ਤੋਂ ਬਾਅਦ ਵਾਪਸ ਘਰ ਆ ਗਏ। ਪ੍ਰਕਾਸ਼ ਨੇ ਘਰ ਆ ਕੇ ਮੇਰਾ ਧੰਨਵਾਦ ਕੀਤਾ ਕਿਉਂਕਿ ਪਾਰਟੀ ਵਿੱਚ ਮੈਂ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ। ਇਸ ਖੁਸ਼ੀ ਵਿੱਚ ਪ੍ਰਕਾਸ਼ ਨੇ ਮੈਨੂੰ ਵਾਅਦਾ ਕੀਤਾ ਕਿ ਉਹ ਜਲਦੀ ਹੀ ਘਰ ਵਿੱਚ ਨੌਕਰਾਣੀ ਦਾ ਇੰਤਜ਼ਾਮ ਕਰ ਦੇਵੇਗਾ। ਹੁਣ ਮੈਨੂੰ ਉਹਨਾਂ ਨਾਲ ਇਦਾਂ ਦੀਆਂ ਪਾਰਟੀਆਂ ਵਿੱਚ ਜਾਣਾ ਹੋਵੇਗਾ ਤੇ ਉਹਨਾਂ ਦੇ ਵੱਡੇ ਵੱਡੇ ਅਫਸਰਾਂ ਨਾਲ ਮੇਲ ਜੋਲ ਵਧਾਉਣਾ ਹੋਵੇਗਾ। ਅਗਲੇ ਦਿਨ ਜਦੋਂ ਮੈਂ ਸੋ ਕੇ ਉੱਠੀ ਤਾਂ 12 ਵੱਜ ਰਹੇ ਸੀ। ਪ੍ਰਕਾਸ਼ ਖੁਦ ਹੀ ਨਾਸ਼ਤਾ ਲੈ ਕੇ ਘਰ ਤੋਂ ਦਫ਼ਤਰ ਲਈ ਨਿਕਲ ਗਏ ਸੀ। 1 ਘੰਟੇ ਬਾਅਦ ਜਦੋਂ ਮੈਂ ਨਹਾ ਧੋ ਕੇ ਬੈਠੀ ਤਾਂ ਦਰਵਾਜ਼ੇ ਤੇ ਕਿਸੇ ਨੇ ਘੰਟੀ ਵਜਾਈ। ਉਸ ਸਮੇਂ ਮੇਰੇ ਪਤੀ ਘਰ ਵਿੱਚ ਨਹੀਂ ਹੁੰਦੇ ਸੀ। ਮੈਂ ਸੋਚ ਰਹੀ ਸੀ ਕਿ ਪਤਾ ਨਹੀਂ ਕੌਣ ਹੈ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਪ੍ਰਕਾਸ਼ ਹੀ ਸੀ। ਇਸ ਸਮੇਂ ਉਹਨਾਂ ਦੇ ਘਰ ਆਉਣ ਨਾਲ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋ ਰਹੀ ਸੀ, ਪਰ ਉਹਨਾਂ ਨਾਲ ਮੈਂ ਇੱਕ ਮੁੰਡੇ ਨੂੰ ਖੜਾ ਹੋਇਆ ਦੇਖਿਆ ਤਾਂ ਮੈਂ ਸਮਝ ਗਈ ਮੁੰਡੇ ਦੀ ਉਮਰ 16-17 ਸਾਲ ਦੀ ਹੋਵੇਗੀ। ਉਸ ਦਾ ਰੰਗ ਗੋਰਾ ਚਿੱਟਾ ਸੀ। ਪ੍ਰਕਾਸ਼ ਨੇ ਮੈਨੂੰ ਉਸ ਮੁੰਡੇ ਨਾਲ ਮਿਲਵਾਇਆ। ਮੈਨੂੰ ਕਹਿਣ ਲੱਗੇ ਕਿ ਇਹ ਰਾਮੂ ਹੈ, ਬਹੁਤ ਹੀ ਜ਼ਿੰਮੇਵਾਰ ਤੇ ਸ਼ਰੀਫ ਬੱਚਾ ਹੈ, ਹਰ ਕੰਮ ਕਰਨਾ ਜਾਣਦਾ ਹੈ। ਇਸਨੇ ਕੁਝ ਸਮਾਂ ਹੋਟਲ ਵਿੱਚ ਵੀ ਕੰਮ ਕੀਤਾ ਹੈ। ਇਹ ਘਰ ਦੇ ਸਾਰੇ ਕੰਮਾਂ ਤੋਂ ਲੈ ਕੇ ਗੱਡੀ ਚਲਾਉਣਾ ਜਾਣਦਾ ਹੈ। ਪ੍ਰਕਾਸ਼ ਨੇ ਉਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਉਸ ਦੀ ਪਿੱਠ ਥਪਥਪਾਈ ਤਾਂ ਉਸਨੇ ਆਪਣੀਆਂ ਨਜ਼ਰਾਂ ਥੱਲੇ ਕਰ ਲਈਆਂ। ਮੈਨੂੰ ਉਸਦਾ ਇਹ ਅੰਦਾਜ਼ ਬਹੁਤ ਚੰਗਾ ਲੱਗਿਆ।
ਪ੍ਰਕਾਸ਼ ਨੇ ਮੈਨੂੰ ਦੱਸਿਆ ਕਿ ਇਹ ਬਹੁਤ ਹੀ ਗਰੀਬ ਘਰ ਵਿੱਚੋਂ ਹੈ। ਅੱਜ ਸਵੇਰੇ ਜਦੋਂ ਤੂੰ ਸੋ ਰਹੀ ਸੀ ਤਾਂ ਮੈਂ ਬਿਨਾਂ ਨਾਸ਼ਤਾ ਕੀਤੇ ਚਲਾ ਗਿਆ ਸੀ। ਮੈਂ ਸੋਚਿਆ ਸੀ ਕਿ ਕਿਸੇ ਢਾਬੇ ਤੇ ਹੀ ਨਾਸ਼ਤਾ ਕਰ ਲਵਾਂਗਾ। ਉੱਥੇ ਮੇਰੀ ਮੁਲਾਕਾਤ ਰਾਮੂ ਨਾਲ ਹੋਈ। ਇਹ ਮੈਨੂੰ ਬਹੁਤ ਹੀ ਖੁਸ਼ੀ ਨਾਲ ਮਿਲਿਆ ਤੇ ਇਸਨੇ ਮੈਨੂੰ ਬਹੁਤ ਚੰਗਾ ਨਾਸ਼ਤਾ ਬਣਾ ਕੇ ਖਵਾਇਆ। ਮੈਂ ਇਸ ਨੂੰ ਜ਼ਿਆਦਾ ਪੈਸੇ ਦੇਣ ਦੀ ਗੱਲ ਕਰਕੇ ਆਪਣੇ ਨਾਲ ਲੈ ਆਇਆ। ਇਹ ਤੇਰੀ ਹਰ ਕੰਮ ਵਿੱਚ ਮਦਦ ਕਰੇਗਾ ਤੇ ਤੇਰਾ ਛੋਟੇ ਭਾਈ ਦੀ ਤਰ੍ਹਾਂ ਧਿਆਨ ਰੱਖੇਗਾ, ਹੈ ਨਾ ਰਾਮੂ? ਉਹਨਾਂ ਨੇ ਰਾਮੂ ਵੱਲ ਦੇਖਿਆ ਤਾਂ ਉਸਨੇ ਜੀ ਹਾਂ ਵਿੱਚ ਸਿਰ ਹਿਲਾ ਦਿੱਤਾ। ਖੈਰ ਮੈਂ ਵੀ ਸਕੂਨ ਨਾਲ ਹੋ ਗਈ ਸੀ ਕਿ ਨੌਕਰਾਂ ਦੀ ਫੌਜ ਤੋਂ ਜਾਨ ਛੁੱਟੀ। ਹੁਣ ਇੱਕ ਹੀ ਨੌਕਰ ਘਰ ਦੇ ਸਾਰੇ ਕੰਮ ਕਰ ਲਵੇਗਾ। ਮੈਨੂੰ ਵੀ ਆਸਾਨੀ ਹੋਵੇਗੀ ਤੇ ਜ਼ਿਆਦਾ ਦਿਮਾਗ ਨਹੀਂ ਲਗਾਉਣਾ ਪਵੇਗਾ। ਰਾਮੂ ਨੇ ਸੱਚ ਵਿੱਚ ਹੀ ਮੈਨੂੰ ਬਹੁਤ ਆਰਾਮ ਪਹੁੰਚਾਇਆ। ਉਹ ਸਾਰੇ ਕੰਮ ਔਰਤਾਂ ਤੋਂ ਵੀ ਜ਼ਿਆਦਾ ਵਧੀਆ ਕਰਦਾ ਸੀ ਤੇ ਕੋਈ ਫालतू ਗੱਲ ਵੀ ਨਹੀਂ ਕਰਦਾ ਸੀ। ਹੁਣ ਮੈਂ ਬਹੁਤ ਚੈਨ ਨਾਲ ਰਹਿਣ ਲੱਗੀ ਸੀ। ਰਾਮੂ ਨਾਲ ਮੈਨੂੰ ਹਮਦਰਦੀ ਜਿਹੀ ਹੋ ਗਈ। ਉਹ ਮੈਨੂੰ ਮੇਰੇ ਛੋਟੇ ਭਾਈ ਦੀ ਤਰ੍ਹਾਂ ਹੀ ਲੱਗਦਾ ਸੀ। ਉਹ ਵੀ ਮੈਨੂੰ ਭੈਣ ਕਹਿੰਦਾ ਤਾਂ ਮੈਨੂੰ ਅਹਿਸਾਸ ਹੁੰਦਾ ਕਿ ਇਸ ਦੇ ਦਿਲ ਵਿੱਚ ਮੇਰੇ ਲਈ ਕਿੰਨੀ ਇੱਜ਼ਤ ਹੈ। ਇੱਕ ਦਿਨ ਜਦੋਂ ਸਵੇਰੇ ਉੱਠੀ ਤਾਂ ਰਾਮੂ ਆਪਣੇ ਕਮਰੇ ਵਿੱਚ ਨਹੀਂ ਸੀ। ਮੈਨੂੰ ਚਿੰਤਾ ਹੋਣ ਲੱਗੀ ਕਿ ਪਤਾ ਨਹੀਂ ਕਿੱਥੇ ਚਲਾ ਗਿਆ ਹੈ। ਮੈਂ ਬਾਹਰ ਜਾ ਕੇ ਦੇਖਿਆ ਤਾਂ ਉਹ ਵਿਹੜੇ ਵਿੱਚ ਬੈਠਾ ਰੋ ਰਿਹਾ ਸੀ। ਮੈਂ ਉਸਦੇ ਹੰਝੂ ਦੇਖ ਕੇ ਸਮਝ ਗਈ ਕਿ ਜ਼ਰੂਰ ਉਸਦੀ ਕੋਈ ਨਾ ਕੋਈ ਮਜਬੂਰੀ ਹੋਵੇਗੀ ਜਾਂ ਉਸਦੇ ਘਰ ਵਿੱਚ ਕੋਈ ਪਰੇਸ਼ਾਨੀ ਹੋਵੇਗੀ, ਨਹੀਂ ਤਾਂ ਉਹ ਇਸ ਤਰੀਕੇ ਨਾਲ ਨਹੀਂ ਰੋਂਦਾ। ਉਹ ਤਾਂ ਹਮੇਸ਼ਾ ਹੱਸਦਾ ਰਹਿਣ ਵਾਲਾ ਮੁੰਡਾ ਸੀ। ਫਿਰ ਮੈਂ ਰਾਮੂ ਕੋਲ ਗਈ। ਉਸਨੇ ਮੈਨੂੰ ਦੇਖਿਆ ਤਾਂ ਆਪਣੇ ਹੰਝੂ ਮੇਰੇ ਤੋਂ ਲੁਕਾਉਣ ਲੱਗਿਆ। ਸ਼ਾਇਦ ਉਹ ਮੈਨੂੰ ਆਪਣੀ ਪਰੇਸ਼ਾਨੀ ਨਹੀਂ ਦੱਸਣਾ ਚਾਹੁੰਦਾ ਸੀ। ਮੈਂ ਉਸ ਤੋਂ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਮੈਂ ਸੋਚਿਆ ਕਿ ਸ਼ਾਇਦ ਉਸਦੇ ਘਰ ਵਿੱਚ ਪੈਸਿਆਂ ਦੀ ਪਰੇਸ਼ਾਨੀ ਹੋਵੇਗੀ, ਇਸ ਲਈ ਮੈਂ ਉਸਨੂੰ ਪੈਸੇ ਦਿੱਤੇ ਪਰ ਉਸਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ। ਇੰਨੀ ਦੇਰ ਵਿੱਚ ਹੀ ਪ੍ਰਕਾਸ਼ ਦਾ ਫੋਨ ਆ ਗਿਆ। ਉਹ ਕਹਿ ਰਹੇ ਸੀ ਕਿ ਅੱਜ ਸਾਡੇ ਘਰ ਕੁਝ ਮਹਿਮਾਨ ਆ ਰਹੇ ਹਨ, ਤੂੰ ਰਾਮੂ ਤੋਂ ਖਾਣਾ ਬਣਵਾ ਲੈਣਾ ਤੇ ਖੁਦ ਉਹ ਲਾਲ ਸਾੜੀ ਪਾ ਕੇ ਤਿਆਰ ਹੋ ਜਾਵੇ। ਜੇ ਤੂੰ ਮੇਰੇ ਮਹਿਮਾਨਾਂ ਨਾਲ ਗੱਲ ਕਰਦੀ ਰਹੇਗੀ ਤਾਂ ਉਹਨਾਂ ਦਾ ਦਿਲ ਲੱਗਿਆ ਰਹੇਗਾ। ਉਹਨਾਂ ਦੇ ਦੋਸਤਾਂ ਦਾ ਸੁਣ ਕੇ ਤਾਂ ਮੈਨੂੰ ਘਬਰਾਹਟ ਹੋਣ ਲੱਗੀ। ਮਿਸਟਰ ਖੰਨਾ ਨੂੰ ਬਰਦਾਸ਼ਤ ਕਰਨਾ ਤਾਂ ਮੇਰੇ ਵੱਸ ਦੇ ਬਾਹਰ ਦੀ ਗੱਲ ਸੀ। ਉਹਨਾਂ ਦੀ ਗੰਦੀ ਨਜ਼ਰ ਉਸ ਦਿਨ ਵੀ ਮੇਰੇ ਉੱਪਰ ਹੀ ਟਿੱਕੀ ਹੋਈ ਸੀ, ਜਿਸ ਨੂੰ ਮੈਂ ਖੂਬ ਧਿਆਨ ਨਾਲ ਦੇਖਿਆ ਸੀ। ਖੈਰ ਮੈਂ ਮਜਬੂਰ ਸੀ ਤੇ ਪ੍ਰਕਾਸ਼ ਦੇ ਕਹਿਣ ਤੇ ਤਿਆਰ ਹੋ ਗਈ। ਤਕਰੀਬਨ ਰਾਤ ਦੇ 7 ਵਜੇ ਪ੍ਰਕਾਸ਼ ਆਪਣੇ ਮਹਿਮਾਨਾਂ ਨੂੰ ਲੈ ਕੇ ਘਰ ਆ ਗਏ। ਫਿਰ ਉਹੀ ਹੋਇਆ ਸੀ ਜਿਸ ਦਾ ਮੈਨੂੰ ਡਰ ਸੀ। ਪ੍ਰਕਾਸ਼ ਦੇ ਨਾਲ ਆਉਣ ਵਾਲੇ ਮਹਿਮਾਨ ਹੋਰ ਕੋਈ ਨਹੀਂ ਬਲਕਿ ਮਿਸਟਰ ਖੰਨਾ ਹੀ ਸੀ, ਜਿਨ੍ਹਾਂ ਨੂੰ ਦੇਖਦੇ ਹੀ ਮੇਰਾ ਮੂਡ ਖਰਾਬ ਹੋ ਗਿਆ ਸੀ। ਮੇਰਾ ਦਿਲ ਤਾਂ ਨਹੀਂ ਚਾਹੁੰਦਾ ਸੀ ਕਿ ਮੈਂ ਉਹਨਾਂ ਨਾਲ ਗੱਲ ਕਰਾਂ, ਪਰ ਮਜਬੂਰੀ ਵਿੱਚ ਮੈਨੂੰ ਗੱਲ ਕਰਨੀ ਪਈ। ਪ੍ਰਕਾਸ਼ ਮਿਸਟਰ ਖੰਨਾ ਦੇ ਨਾਲ ਡਰਾਇੰਗ ਰੂਮ ਵਿੱਚ ਬੈਠੇ ਸੀ। ਮਿਸਟਰ ਖੰਨਾ ਬਹੁਤ ਹੀ ਅਜੀਬ ਤਰੀਕੇ ਨਾਲ ਮੇਰੇ ਸਾਹਮਣੇ ਬੈਠੇ ਸੀ, ਪਰ ਉਹਨਾਂ ਨੂੰ ਕੋਈ ਖਬਰ ਹੀ ਨਹੀਂ ਸੀ। ਥੋੜੀ ਦੇਰ ਬਾਅਦ ਪ੍ਰਕਾਸ਼ ਦੇ ਮੋਬਾਈਲ ਤੇ ਕਿਸੇ ਦਾ ਫੋਨ ਆਇਆ। ਉਹ ਫੋਨ ਤੇ ਗੱਲ ਕਰਦੇ ਹੋਏ ਕਮਰੇ ਤੋਂ ਬਾਹਰ ਚਲੇ ਗਏ। ਹੁਣ ਕਮਰੇ ਵਿੱਚ ਮੈਂ ਤੇ ਮਿਸਟਰ ਖੰਨਾ ਇਕੱਲੇ ਰਹਿ ਗਏ ਸੀ। ਮਿਸਟਰ ਖੰਨਾ ਮੇਰੇ ਨਾਲ ਖੁੱਲ੍ਹ ਕੇ ਗੱਲਾਂ ਕਰਨ ਲੱਗੇ ਤਾਂ ਮੈਨੂੰ ਉਹਨਾਂ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ। ਉਹ ਇੰਨੀਆਂ ਅਜੀਬ ਗੱਲਾਂ ਕਰ ਰਹੇ ਸੀ ਕਿ ਮੇਰਾ ਜਵਾਬ ਦੇਣ ਦਾ ਦਿਲ ਨਹੀਂ ਕਰ ਰਿਹਾ ਸੀ। 10 ਮਿੰਟ ਹੋ ਗਏ। ਪ੍ਰਕਾਸ਼ ਕਮਰੇ ਵਿੱਚ ਵਾਪਸ ਨਾ ਆਏ ਤਾਂ ਮੈਂ ਉੱਠ ਕੇ ਕਮਰੇ ਤੋਂ ਬਾਹਰ ਜਾਣ ਲੱਗੀ। ਮੈਨੂੰ ਮਿਸਟਰ ਖੰਨਾ ਦੇ ਨਾਲ ਬੈਠਣਾ ਬਹੁਤ ਹੀ ਅਜੀਬ ਲੱਗ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਉੱਠ ਕੇ ਖੜੀ ਹੁੰਦੀ, ਮਿਸਟਰ ਖੰਨਾ ਨੇ ਮੇਰਾ ਹੱਥ ਫੜ ਲਿਆ। ਉਸ ਦੀ ਇਸ ਹਰਕਤ ਤੇ ਮੈਨੂੰ ਬਹੁਤ ਗੁੱਸਾ ਆਇਆ। ਮੇਰਾ ਦਿਲ ਤਾਂ ਕਰ ਰਿਹਾ ਸੀ ਕਿ ਉਸ ਨੂੰ ਇੱਕ ਜ਼ੋਰ ਦੀ ਥੱਪੜ ਲਗਾਵਾਂ, ਪਰ ਮੈਂ ਆਪਣੇ ਗੁੱਸੇ ਨੂੰ ਠੰਡਾ ਕਰ ਲਿਆ ਤੇ ਆਰਾਮ ਨਾਲ ਉਹਨਾਂ ਨੂੰ ਕਹਿਣ ਲੱਗੀ ਕਿ ਮਿਸਟਰ ਖੰਨਾ, ਇਹ ਤੁਸੀਂ ਕੀ ਕਰ ਰਹੇ ਹੋ? ਤੁਸੀਂ ਮੇਰੇ ਪਤੀ ਦੇ ਦੋਸਤ ਹੋ, ਅਫਸਰ ਵੀ ਹੋ, ਇਸ ਲਈ ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ। ਜੇ ਤੁਸੀਂ ਆਪਣੀ ਇਹ ਬਦਤਮੀਜ਼ੀ ਬੰਦ ਨਹੀਂ ਕੀਤੀ ਤਾਂ ਮੈਂ ਵੀ ਆਪਣੀ ਬਦਤਮੀਜ਼ੀ ਤੇ ਉਤਰ ਆਵਾਂਗੀ। ਉਹਨਾਂ ਨੂੰ ਮੇਰੀ ਇਸ ਗੱਲ ਨਾਲ ਜਿਵੇਂ ਕੋਈ ਫਰਕ ਹੀ ਨਹੀਂ ਪੈ ਰਿਹਾ ਸੀ। ਉਹ ਸਕੂਨ ਨਾਲ ਖੜੇ ਹੋ ਕੇ ਮੈਨੂੰ ਘੂਰ ਰਹੇ ਸੀ। ਮੈਂ ਉਹਨਾਂ ਤੋਂ ਆਪਣਾ ਹੱਥ ਛੁਡਾਉਣਾ ਚਾਹਿਆ ਤਾਂ ਉਹ ਮੇਰੇ ਹੋਰ ਕਰੀਬ ਆਉਣ ਲੱਗੇ। ਗੁੱਸੇ ਵਿੱਚ ਮੇਰਾ ਚਿਹਰਾ ਲਾਲ ਹੋ ਗਿਆ। ਮੈਂ ਟੇਬਲ ਤੋਂ ਫੁੱਲਾਂ ਦਾ ਗੁਲਦਸਤਾ ਉਠਾਇਆ ਤੇ ਉਹਨਾਂ ਦੇ ਸਿਰ ਤੇ ਮਾਰ ਦਿੱਤਾ। ਉਹਨਾਂ ਦੇ ਸਿਰ ਤੋਂ ਥੋੜਾ ਖੂਨ ਆਉਣ ਲੱਗਿਆ। ਉਹ ਰੋਲਾ ਪਾਉਣ ਲੱਗੇ। ਉਹਨਾਂ ਦੀ ਚੀਕ ਸੁਣ ਕੇ ਮੇਰੇ ਪਤੀ ਕਮਰੇ ਵਿੱਚ ਆ ਗਏ। ਉਹ ਦਰਦ ਨਾਲ ਚੀਕ ਰਿਹਾ ਸੀ ਤੇ ਮੇਰੇ ਪਤੀ ਨੂੰ ਬਹੁਤ ਗੁੱਸਾ ਆ ਰਿਹਾ ਸੀ। ਬਜਾਏ ਇਸ ਦੇ ਕਿ ਉਹ ਆਪਣੇ ਦੋਸਤ ਮਿਸਟਰ ਖੰਨਾ ਨੂੰ ਕੁਝ ਕਹਿੰਦੇ, ਉਹਨਾਂ ਨੇ ਉਲਟਾ ਮੈਨੂੰ ਹੀ
गुस्सा करना शुरू कर दिता कि तू पागल तो नहीं हो गई, ये तू की कीता? हुणे ते इसे समय इन्हां तो माफ़ी मंग। मैं उन्हां तो माफ़ी नहीं मंगी ते उन्हां वल देखदे होए जमीन ते थुक दिता ते कहण लगी कि मिस्टर खन्ना जे इस पूरे देश का राजा भी हुंदा तां भी मैं इस कमीने तो माफ़ी नहीं मंगदी, उल्टा इसनूं मेरे तो माफ़ी मंगनी चाहिए है। जो गंदी हरकत इसने मेरे नाल कीती है। मेरी गल सुन के प्रकाश ने मैनू बहुत ही ज़्यादा गुस्से नाल देखा ते मैनू कहण लगे, जे तू मिस्टर खन्ना तो माफ़ी नहीं मंगी तां मैं तैनू इत्थे खड़े खड़े ही तलाक दे देवांगा। अपने पति की यह गल सुन के मैं तो हैरान रह गई कि कोई भी शरीफ आदमी अपने दोस्त की खातर अपनी पत्नी नूं तलाक दे सकता है। मैं भी जिद ते अड़ गई क्योंकि मिस्टर खन्ना की हरकत ही इदां दी सी कि उन्हां तो माफ़ी मंगण दा सवाल ही पैदा नहीं हुंदा सी। मैनू खामोश खड़ा देख के प्रकाश उल्टी गिणती गिणन लग्या कि वो मैनू छड्डण दी धमकी देवेगा तां मैं मिस्टर खन्ना दे पैरां विच डिगांगी, पर मैं भी अपनी गल तो पिछे नहीं हटी ते उन्हां तो माफ़ी नहीं मंगी। उस दे बाद प्रकाश ने मैनू कहा कि तू तलाक दा इंतज़ार करना, मैं तैनू तलाक दे देवांगा। मैं हैरानी भरियां नज़रां नाल उन्हां नूं देखण लगी। मैनू समझ विच नहीं आ रहा सी कि प्रकाश तां मैनू इन्ना प्यार करदे सी, फिर वो मेरे नाल इदां क्यों कर रहे हैं? वो भी अपने इस घटिया दोस्त की खातर। मिस्टर खन्ना ये सब कुछ देख के हस रहे सी। वो भी गुस्से नाल साडे घर तो चले गए। मेरे पति भी उन्हां दे पिछे पिछे गए ते मेरे बर्ताव की उन्हां तो माफ़ी मंगण लगी। थोड़ी देर बाद जदों प्रकाश घर दे अंदर आए तां उन्हां दा मूँह इदां दा सी जिवें कुछ होया ही ना होवे, पर मेरी तां दुनिया ही उजड़ चुकी सी। मैं अपने कमरे में जाके अपना बैग पैक करना शुरू कर दिता ते उसे समय घर तो निकलण लगी तां प्रकाश ने मैनू कमरे विच बंद कर दिता। मैं दरवाज़ा खड़काया पर उन्होंने नहीं खोलिया। थोड़ी देर बाद जदों वो अंदर आए तां मैनू कहण लगे, की होया? मैं जो कुछ भी तेनू कहा वो गुस्से विच कह दिता सी। की मेरा सालां दा प्यार मेरी छोटी जी गल ते खत्म हो जाएगा? अनपढ़ कुड़ियां की तरह हंगामा ना कर। जो कुछ भी होया है उसनू भुल जा ते खबरदार जो तू इस गल तो निकलण की कोशिश भी की तां मैं तेरियां लत्तां तोड़ देवांगा। वैसे भी दरवाजे ते जिंदा लग्या होया है, तेनू बाहर जाने की जरूरत भी नहीं है ते इजाजत भी नहीं है। जदों तक मैं ना कहा तू इस घर तो बाहर कदम नहीं कढ़ सकती। तेनू हर सूरत विच मेरे अफसर नू खुश करना होवेगा, नहीं तो मेरे तो कोई बुरा नहीं होवेगा। अपने पति का यह रूप देख के मेरे पैरों थल्लों की जमीन निकल गई। प्रकाश इस हद तक गिर सकता सी मैं कदे सुपने विच भी नहीं सोचा सी। इस सारे हंगामे की खबर रामू नू भी हो चुकी सी क्योंकि कमरे विच पए गुलदस्ते के टुकड़े चुकण नू मैं उसनू ही कहा सी। हुण जदों प्रकाश ने मैनू उत्थे कमरे विच बंद कर दिता सी तां मैं रामू दे रहमो करम ते आ गई सी। मेरे पति ने उसनू सख्ती नाल समझाया कि मेरे नाल कोई गल ना करे। अगले दिन प्रकाश घर तो दफ्तर दे लई चले गए। उन्हां दे कहण अनुसार रामू ने मैनू खाना दिता। मैं अपने कमरे विच ही कैद होकर रह गई सी ते अपने नौकर दी मोहताज हो गई सी। मैं रामू नू उसदी माँ भैन का वास्ता दिता, उसदे अगे हथ जोड़ के मदद मंगण लगी तां उसदा दिल भी मेरे लिए पिघल गया। वो कहण लग्या कि भैन जी तू चिंता ना कर, तेरी इज्जत की जिम्मेवारी हुण मेरी है। हुण तैनू कोई हथ भी नहीं लगा सकता। तेरा पति रब माफ करे बहुत ही घटिया ते डिग्या होया आदमी है। साडे इत्थे तां इदां बिल्कुल भी नहीं हुंदा। जे कोई अपनी पत्नी नाल इन्नी घटिया हरकत करन दी सोच भी लवे तां उस दियां नस्लां नूं खत्म कर दिता जांदा है। रामू दी गल सुन के मैनू अंदाजा हो गया सी कि वो मेरी मदद जरूर करेगा ते मैनू इत्थे कल्ला छड्ड के नहीं जावेगा। थोड़ी देर बाद रामू मेरे कमरे विच वापस आया ते मैनू कहण लग्या कि भैण मैं तैनू एक गल दसना चाहुंदा हां। मैं तैनू सवेरे भी दसना चाहुंदा सी पर दस नहीं सकिया। वो घटिया इंसान जो मेरा मालक ते तेरा पति है किसे नाल फोन ते गल करके कह रहा सी कि कल साडे घर ओही साहब आउणगे ते तुसी हर सूरत विच उसनू मिलोगे। रामू ने जदों ये गल दसी तां मैं समझ गई सी कि मैं मिस्टर खन्ना की जिद बन चुकी हाँ। ये सोचते ख्याल में मेरी सारी रात गुजर गई। मेरी पूरी रात रोंदे हुए गुजरी। मैं रब नू प्रार्थना कर रही सी कि वो मेरी इज्जत की हिफाजत करे। अगले दिन
ਰਾਮੂ ਮੇਰੇ ਕੋਲ ਆਇਆ। ਉਸ ਦਾ ਸਾਹ ਫੁੱਲਿਆ ਹੋਇਆ ਸੀ ਤੇ ਉਹ ਬਹੁਤ ਜਲਦੀ ਵਿੱਚ ਲੱਗ ਰਿਹਾ ਸੀ। ਦਰਵਾਜ਼ਾ ਖੋਲ੍ਹ ਕੇ ਮੇਰੇ ਕਮਰੇ ਵਿੱਚ ਆਇਆ ਤੇ ਮੈਨੂੰ ਬੋਲਿਆ, ਭੈਣ ਤੂੰ ਆਪਣਾ ਇੱਕ ਸੁੰਦਰ ਜੋੜਾ ਮੈਨੂੰ ਦੇ ਦੇ। ਮੈਂ ਉਸ ਦਾ ਚਿਹਰਾ ਦੇਖਦੀ ਹੋਈ ਬੋਲੀ ਕਿ ਰਾਮੂ ਤੈਨੂੰ ਮੇਰੇ ਕੱਪੜਿਆਂ ਦੀ ਕੀ ਜ਼ਰੂਰਤ ਹੈ। ਉਹ ਕਹਿਣ ਲੱਗਿਆ ਕਿ ਇਹ ਸਮਾਂ ਜ਼ਿਆਦਾ ਗੱਲਾਂ ਕਰਨ ਦਾ ਨਹੀਂ ਹੈ, ਬਸ ਤੁਸੀਂ ਮੈਨੂੰ ਆਪਣਾ ਇੱਕ ਜੋੜਾ ਦੇ ਦਿਓ। ਮੈਂ ਉਸ ਨੂੰ ਆਪਣੀ ਇੱਕ ਸਾੜੀ ਕੱਢ ਕੇ ਦੇ ਦਿੱਤੀ। ਉਹ ਸਾੜੀ ਲੈ ਕੇ ਕਮਰੇ ਤੋਂ ਚਲਾ ਗਿਆ। ਫਿਰ ਥੋੜੀ ਦੇਰ ਬਾਅਦ ਉਹ ਸਾੜੀ ਪਾ ਕੇ ਮੇਰੇ ਕਮਰੇ ਵਿੱਚ ਦੁਬਾਰਾ ਆਇਆ ਤਾਂ ਉਸ ਨੂੰ ਦੇਖ ਕੇ ਮੇਰਾ ਹਾਸਾ ਨਿਕਲ ਗਿਆ, ਕਿਉਂਕਿ ਉਸਨੇ ਬਹੁਤ ਹੀ ਅਜੀਬ ਤਰੀਕੇ ਨਾਲ ਸਾੜੀ ਬੰਨ੍ਹ ਰੱਖੀ ਸੀ। ਮੈਂ ਉਸ ਦੀ ਜਿੱਦ ਕਰਨ ਤੇ ਉਸ ਦੀ ਸਾੜੀ ਠੀਕ ਤਰ੍ਹਾਂ ਨਾਲ ਬੰਨੀ। ਹੁਣ ਉਹ ਪੂਰੇ ਤਰੀਕੇ ਨਾਲ ਇੱਕ ਔਰਤ ਲੱਗ ਰਿਹਾ ਸੀ। ਉਸਨੇ ਆਪਣੇ ਸਿਰ ਤੇ ਮੇਰੀ ਤਰ੍ਹਾਂ ਇੱਕ ਨਕਲੀ ਵਾਲਾਂ ਦੀ ਵਿੰਗ ਵੀ ਲਗਾ ਰੱਖੀ ਸੀ। ਮੈਂ ਉਸ ਨੂੰ ਕਿਹਾ ਕਿ ਰਾਮੂ ਤੂੰ ਇੱਥੇ ਕੀ ਕਰ ਰਿਹਾ ਹੈ? ਕੀ ਤੇਰਾ ਔਰਤ ਬਣਨ ਦਾ ਇਰਾਦਾ ਹੈ? ਮੈਂ ਉਸ ਸਮੇਂ ਆਪਣੇ ਸਾਰੇ ਦੁੱਖ ਭੁੱਲ ਗਈ ਸੀ ਤੇ ਉਸ ਨੂੰ ਮਜ਼ਾਕ ਕਰਨ ਲੱਗੀ। ਉਸਨੇ ਮੈਨੂੰ ਕਿਹਾ ਕਿ ਭੈਣ ਇੱਥੋਂ ਚਲੀ ਜਾ ਤੇ ਮੇਰੇ ਕਮਰੇ ਵਿੱਚ ਜਾ ਕੇ ਬੈਠ ਜਾ। ਸਾਡੇ ਘਰ ਵਿੱਚ ਅੱਜ ਉਸ ਦੇ ਨਾਲ ਇੱਕ ਹੋਰ ਮੁੰਡਾ ਆਇਆ ਸੀ ਜੋ ਰਾਮੂ ਦਾ ਦੋਸਤ ਸੀ। ਥੋੜੀ ਦੇਰ ਬਾਅਦ ਮੈਨੂੰ ਆਪਣੇ ਘਰ ਵਿੱਚ ਕਿਸੇ ਦੇ ਆਉਣ ਦੀ ਆਵਾਜ਼ ਆਈ। ਪੈਰਾਂ ਦੀ ਆਵਾਜ਼ ਮੇਰੇ ਕਮਰੇ ਵੱਲ ਆ ਰਹੀ ਸੀ। ਮੇਰਾ ਦਿਲ ਬਹੁਤ ਜ਼ਿਆਦਾ ਕੰਬ ਰਿਹਾ ਸੀ ਤੇ ਫਿਰ ਮੇਰੇ ਕਮਰੇ ਦੇ ਦਰਵਾਜ਼ੇ ਦੀ ਅੰਦਰ ਤੋਂ ਬੰਦ ਹੋਣ ਦੀ ਆਵਾਜ਼ ਆਈ। ਕੁਝ ਹੀ ਦੇਰ ਬਾਅਦ ਮੇਰੇ ਕਮਰੇ ਵਿੱਚ ਚੀਕਣ ਚਿੱਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਘਰ ਵਿੱਚ ਰੌਲਾ ਪੈ ਗਿਆ। ਮੈਂ ਕਮਰੇ ਤੋਂ ਬਾਹਰ ਨਿਕਲੀ ਤੇ ਆਪਣੇ ਕਮਰੇ ਵੱਲ ਜਾਣ ਲੱਗੀ। ਜਦੋਂ ਮੈਂ ਕਮਰੇ ਕੋਲ ਪਹੁੰਚੀ ਤਾਂ ਮੈਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉੱਥੇ ਦਾ ਮੰਜ਼ਰ ਹੀ ਕੁਝ ਅਲੱਗ ਸੀ। ਮਿਸਟਰ ਖੰਨਾ ਦੇ ਕੱਪੜੇ ਫਟੇ ਹੋਏ ਸੀ। ਰਾਮੂ ਤੇ ਉਸ ਦਾ ਦੋਸਤ ਮਿਸਟਰ ਖੰਨਾ ਨੂੰ ਮਾਰ ਰਹੇ ਸੀ। ਮਿਸਟਰ ਖੰਨਾ ਦੀ ਹਾਲਤ ਖਰਾਬ ਹੋ ਰਹੀ ਸੀ। ਮੈਂ ਰਾਮੂ ਨੂੰ ਮਨਾ ਕੀਤਾ, ਪਰ ਉਸ ਤੇ ਤਾਂ ਜਿਵੇਂ ਭੂਤ ਸਵਾਰ ਸੀ। ਮਿਸਟਰ ਖੰਨਾ ਦੀ ਹਾਲਤ ਜਦੋਂ ਅਧਮਰੀ ਹੋ ਗਈ ਤਾਂ ਰਾਮੂ ਨੇ ਉਹਨਾਂ ਨੂੰ ਛੱਡ ਦਿੱਤਾ ਤੇ ਇੱਕ ਪਾਸੇ ਬੈਠ ਗਿਆ। ਮੈਂ ਉਸ ਦਾ ਮੂੰਹ ਦੇਖਣ ਲੱਗੀ ਤੇ ਦਿਲ ਹੀ ਦਿਲ ਵਿੱਚ ਹੈਰਾਨ ਹੋ ਰਹੀ ਸੀ। ਮੇਰਾ ਇੱਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਮਿਸਟਰ ਖੰਨਾ ਨੂੰ ਕਮਰੇ ਵਿੱਚ ਬੰਦ ਕਰਕੇ ਉਹਨਾਂ ਦੇ ਮੂੰਹ ਵਿੱਚ ਕੱਪੜਾ ਪਾ ਦਿੱਤਾ। ਰਾਮੂ ਮੈਨੂੰ ਗੱਡੀ ਵਿੱਚ ਬਿਠਾ ਕੇ ਮੇਰੇ ਘਰ ਛੱਡ ਕੇ ਖੁਦ ਪਤਾ ਨਹੀਂ ਕਿੱਥੇ ਚਲਾ ਗਿਆ। ਮੈਂ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਇਸ ਸ਼ਹਿਰ ਤੋਂ ਲੈ ਕੇ ਦੂਜੇ ਸ਼ਹਿਰ ਚਲੇ ਗਏ। ਪ੍ਰਕਾਸ਼ ਦੀ ਜਾਣ ਪਹਿਚਾਣ ਬਹੁਤ ਦੂਰ ਤੱਕ ਸੀ। ਉਸਨੇ ਮੈਨੂੰ ਤਲਾਕ ਦੇ ਦਿੱਤਾ ਸੀ, ਪਰ ਉਹ ਆਪਣਾ ਬਦਲਾ ਲੈਣਾ ਨਹੀਂ ਭੁੱਲਿਆ ਸੀ, ਕਿਉਂਕਿ ਉਹ ਮੇਰੇ ਜ਼ਰੀਏ ਆਪਣੇ ਅਫਸਰ ਨੂੰ ਖੁਸ਼ ਕਰਕੇ ਪ੍ਰਮੋਸ਼ਨ ਲੈਣਾ ਚਾਹੁੰਦਾ ਸੀ। ਉਹ ਕਦੇ ਵੀ ਮੇਰੇ ਤੋਂ ਆਪਣਾ ਬਦਲਾ ਲੈ ਸਕਦਾ ਸੀ। ਕੁਝ ਦਿਨਾਂ ਬਾਅਦ ਹੀ ਮੇਰਾ ਵਿਆਹ ਮੇਰੀ ਮਾਂ ਦੇ ਦੋਸਤ ਦੇ ਮੁੰਡੇ ਨਾਲ ਹੋ ਗਿਆ। ਹੁਣ ਮੈਂ ਆਪਣੇ ਘਰ ਵਿੱਚ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਮੇਰਾ ਘਰ ਛੋਟਾ ਸੀ ਤੇ ਮੇਰਾ ਪਤੀ ਇੱਕ ਛੋਟੀ ਜਿਹੀ ਨੌਕਰੀ ਕਰਦਾ ਸੀ, ਪਰ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਤੇ ਮੇਰਾ ਬਹੁਤ ਧਿਆਨ ਰੱਖਦੇ ਹਨ। ਮੇਰੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ। ਰੱਬ ਨੇ ਮੈਨੂੰ ਔਲਾਦ ਦੀ ਖੁਸ਼ੀ ਵੀ ਦੇ ਦਿੱਤੀ ਹੈ। ਇਹ ਸਭ ਹੋਣ ਤੋਂ ਬਾਅਦ ਪ੍ਰਕਾਸ਼ ਦੇ ਅਫਸਰ ਨੇ ਉਸ ਤੇ ਧੋਖਾਧੜੀ ਦਾ ਕੇਸ ਕਰਕੇ ਉਸ ਦਾ ਸਾਰਾ ਪੈਸਾ ਲੈ ਲਿਆ ਸੀ ਤੇ ਉਸ ਨੂੰ ਜੇਲ੍ਹ ਭਿਜਵਾ ਦਿੱਤਾ ਸੀ। ਅੱਗੇ ਮੈਂ ਬਸ ਇੰਨਾ ਹੀ ਕਹਾਂਗੀ ਕਿ ਰੱਬ ਦੁਸ਼ਮਣ ਨੂੰ ਵੀ ਇਦਾਂ ਦਾ ਪਤੀ ਨਾ ਦੇਵੇ ਜੋ ਆਪਣੀ ਪਤਨੀ ਦੀ ਇੱਜ਼ਤ ਨੀਲਾਮ ਕਰਨਾ ਚਾਹੁੰਦਾ ਹੋਵੇ, ਪਤਨੀ ਨੂੰ ਪੌੜੀ ਬਣਾ ਕੇ ਆਸਮਾਨ ਦੀਆਂ ਉਚਾਈਆਂ ਨੂੰ ਛੂਹਣਾ ਚਾਹੁੰਦਾ ਹੋਵੇ। ਇਸ ਤਰ੍ਹਾਂ ਦੇ ਇਨਸਾਨ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਜ਼ਰੂਰ ਕਰਨਾ।